देश दुनिया की हर वड्डी खबर दे हुणे डाउनलोड करो नंबर 1 न्यूज़ ऐप दैनिक सवेरा टाइम्स। ਪੂਰੀ ਗੱਲ ਕਰਦੇ ਜਥੇਦਾਰ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਪੁੱਛ ਕੇ ਕਰਦੇ ਵੀ ਤੁਸੀਂ ਤੇ ਬੀਜੇਪੀ ਨਾਲ ਜਦੋਂ ਅਲਾਈਅੰਸ ਸੀਗਾ ਸਭ ਤੋਂ ਪੁਰਾਣਾ ਕਿਵੇਂ ਈਵੀਐਮ 'ਚ ਗੜਬੜ ਕਰਦੇ ਸੀ। ਜਦੋਂ ਅਸੀਂ ਸਾਰੀਆਂ ਗੱਲਾਂ ਕਹਿੰਦੇ ਸੀ ਜਾਂ ਆਮ ਲੋਕ ਗੱਲ ਕਹਿੰਦੇ ਸੀ ਉਦੋਂ ਤਾਂ ਤੁਸੀਂ ਮੰਨਦੇ ਨਹੀਂ ਸੀ। ਹੁਣ ਤੁਸੀਂ ਜਥੇਦਾਰ ਸਾਹਿਬ ਤੋਂ ਇਹ ਗੱਲ ਕਹਾਈ ਆ ਤੇ ਕਹਾਈ ਤਾਂ ਬਾਦਲਾਂ ਨੇ ਜਿਹਦੇ ਜੇਬ 'ਚੋਂ ਨਿਕਲੇ ਨੇ। ਜਥੇਦਾਰ ਸਾਹਿਬ ਬਿਲਕੁਲ ਬਾਦਲਾਂ ਦੀ ਪਰਚੀ 'ਚੋਂ ਨਿਕਲੇ ਨੇ। ਜਿੱਦਣ ਲੋੜ ਪੈਣੀ ਆ ਜਿੱਦਣ ਉਹਨਾਂ ਨੇ ਚਾਬੀ ਘਮਾਉਣੀ ਆ ਉਧਰ ਨੂੰ ਇਹਨਾਂ ਨੇ ਚੱਲਣਾ। ਐਸਜੀਪੀਸੀ ਦਾ 100 ਸਾਲ ਪੂਰੇ ਹੋਏ ਉਸ ਦੌਰਾਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਬਿਆਨ ਦਿੱਤਾ। ਈਵੀਐਮ ਦੇ ਲੈ ਕੇ ਸਵਾਲ ਚੁੱਕੇ, ਲੋਕਤੰਤਰਿਕ ਤੇ ਸਵਾਲ ਚੁੱਕੇ, ਸੈਂਟਰ ਸਰਕਾਰ ਤੇ ਸਵਾਲ ਚੁੱਕੇ। ਮੇਰਾ ਰਵਨੀਤ ਸਿੰਘ ਬਿੱਟੂ ਨੇ ਹੋਰ ਵੀ ਕਈ ਮਾਮਲੇ ਇਸ ਮਾਮਲੇ ਤੇ ਗੱਲਬਾਤ ਕਰਾਂਗੇ। ਬਿੱਟੂ ਸਾਹਿਬ, ਜਥੇਦਾਰ ਸਾਹਿਬ ਦਾ ਬਿਆਨ ਕਿ ਈਵੀਐਮ ਨੂੰ ਲੈ ਕੇ ਜਿਹੜੀ ਸਰਕਾਰ ਹੈ ਉਹ ਲੋਕਤੰਤਰਿਕ ਸਰਕਾਰ, ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਇਹਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਜਥੇਦਾਰ ਪਹਿਲਾਂ ਫਿਰ ਮੈਨੂੰ ਬਹੁਤ ਲੋਕ ਇਹੋ ਜਿਹੇ ਕਮੈਂਟ ਕਰਦੇ ਆ, ਜਥੇਦਾਰ ਸਾਡੇ ਪੋਪ ਨੇ, ਜਥੇਦਾਰ ਨੇ ਸਤਿਕਾਰਯੋਗ ਨੇ, ਮਾਣਯੋਗ ਨੇ, ਪਰ ਨਿਕਲੇ ਬਾਦਲ ਦੀ ਚਿੱਠੀ ਚੋਂ ਨੇ। ਬਾਦਲ ਦੀ ਜੇਬ ਤੋਂ ਜਿਹੜੀ ਚਿੱਠੀ ਨਿਕਲੀ ਉਹ ਚੋਂ ਨਿਕਲਦੇ ਆ ਤੇ ਉਹ ਗੱਲ ਸਾਬਤ ਕਰਤੀ ਉਹਨਾਂ ਨੇ। ਉਦਣ ਦੀ ਈਵੀਐਮ ਵੀ ਠੀਕ ਸੀ, ਉਦਣ ਦੀਆਂ ਸਰਕਾਰਾਂ ਵੀ ਠੀਕ ਸੀ। ਹੁਣ ਜਿੱਦਣ ਦੇ ਬਾਦਲ ਅਕਾਲੀ ਦਲ ਬੀਜੇਪੀ ਤੋਂ ਅਲੱਗ ਹੋ ਗਿਆ ਉਦਣ ਈਵੀਐਮ ਵੀ ਗਲਤ ਹੋ ਗਈਆਂ। ਮੈਂ ਮੰਨਦਾ ਸਿਆਸੀ ਬੰਦੇ ਕੁਛ ਦੇਣ, ਅਸੀਂ ਪਾਰਟੀ ਦੇ ਤੌਰ ਤੇ ਕੁਛ ਕਹੀਏ, ਪਰ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਈਵੀਐਮ ਤੇ ਸਵਾਲ ਉਠਾ ਕੇ ਕਿਤੇ ਨਾ ਕਿਤੇ ਮੈਂ ਸਮਝਦਾ ਸਿਆਸਤ ਦੇ ਵਿੱਚ ਪੈਰ ਰੱਖਣ ਦੀ ਜਾਂ ਜਿਹੜੀ ਜਿਵੇਂ ਕਹੀਏ ਵੀ ਸਿਆਸੀ ਲੋਕ ਬਿਆਨਬਾਜ਼ੀ ਕਰਦੇ ਆ ਉਹ ਬਿਆਨਬਾਜ਼ੀ ਉਹਨਾਂ ਨੇ ਕੀਤੀ ਆ। ਉਹ ਧਾਰਮਿਕ ਇੱਕ ਆਗੂ ਨੇ, ਕੌਮ ਨੂੰ ਸੇਧ ਦੇਣ, ਪਰ ਮੈਨੂੰ ਨਹੀਂ ਲੱਗਦਾ ਕੋਈ ਈਵੀਐਮ ਬਾਰੇ ਜਾਂ ਉਹਨਾਂ ਦੇ ਕੋਲ ਕੋਈ ਨੌਲੇਜ ਆ ਜਾਂ ਕੋਈ ਈਵੀਐਮ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਆ। ਜਾਂ ਤਾਂ ਜਦੋਂ ਜਥੇਦਾਰ ਸਾਹਿਬ ਕੋਈ ਗੱਲ ਕਰਦੇ ਆ ਨਾ, ਫਿਰ ਹੁਣ ਜਾਂ ਤਾਂ ਉਹ ਈਵੀਐਮ ਦੇ ਬਾਰੇ ਦੱਸਣ ਵੀ ਈਵੀਐਮ 'ਚ ਕੀ ਮੋਦੀ ਸਾਹਿਬ ਕਰ ਰਹੇ ਆ, ਕੀ ਬੀਜੇਪੀ ਕਰ ਰਹੇ ਆ। ਕਿਉਂਕਿ ਪਹਿਲਾਂ ਤਾਂ ਅਕਾਲੀ ਦਲ ਨਾਲ ਸੀ, ਇਕੱਠੇ ਹੀ ਕਰਦੇ ਰਹੇ ਨੇ, ਬੀਬੀ ਵੀ ਜਿੱਤੇ ਨੇ ਤੇ ਸੁਖਬੀਰ ਵੀ ਜਿੱਤਦੇ ਨੇ ਤੇ ਐਂ ਜਲਾਲਾਬਾਦ ਤੋਂ ਇਲੈਕਸ਼ਨ ਦੱਸਦੇ ਆ। ਉਹ ਗੱਲ ਦੱਸਣ ਕਿਉਂਕਿ ਇਹ ਤਾਂ ਇਕੱਠੇ ਹੀ ਨਾਲ ਰਹੇ ਨੇ ਵੀ ਕਿਵੇਂ ਈਵੀਐਮ 'ਚ ਗੜਬੜ ਕਰਦੇ ਰਹੇ ਆ। ਚੰਗਾ ਹੁੰਦਾ ਪੂਰੀ ਗੱਲ ਕਰਦੇ ਜਥੇਦਾਰ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਪੁੱਛ ਕੇ ਕਰਦੇ ਵੀ ਤੁਸੀਂ ਤੇ ਬੀਜੇਪੀ ਨਾਲ ਜਦੋਂ ਅਲਾਈਅੰਸ ਸੀਗਾ ਸਭ ਤੋਂ ਪੁਰਾਣਾ ਕਿਵੇਂ ਈਵੀਐਮ 'ਚ ਗੜਬੜ ਕਰਦੇ ਸੀ ਜਾਂ ਕਿਵੇਂ ਇਹ ਇਲੈਕਸ਼ਨਾਂ ਲੁੱਟਦੇ ਸੀ, ਤਾਂ ਹੋਰ ਕਲੈਰਿਟੀ ਆ ਮੈਨੂੰ ਲੱਗਦਾ ਜਥੇਦਾਰ ਸਾਹਿਬ ਹੁਣ ਆਉਣ ਵਾਲੇ ਦਿਨਾਂ 'ਚ ਈਵੀਐਮ ਤੇ ਜ਼ਰੂਰ ਦੇਣਗੇ। ਸੁਖਬੀਰ ਬਾਦਲ ਵੀ ਸਪੋਰਟ ਕਰ ਰਹੇ ਬਿਆਨ ਦੀ ਤੇ ਕਹਿ ਰਹੇ ਕਿ ਬਿਹਾਰ 'ਚ ਇੱਕ ਤਰਫਾ ਸੀਗਾ ਮਾਹੌਲ, ਇੱਕਦਮ ਬੀਜੇਪੀ ਵੱਲ ਚੱਲ ਗਿਆ, ਈਵੀਐਮ 'ਚ ਗੜਬੜ ਹੈ। ਉਹੀ ਗੱਲ ਹੋ ਗਈ ਨਾ, ਇਹਨਾਂ ਨੂੰ ਪਤਾ ਹੈ, ਇੱਥੋਂ ਇਹੀ ਗੱਲ ਸਾਬਤ ਹੋਏਗੀ ਨਾ ਵੀ ਇਹ ਕਰਦੇ ਰਹੇ ਨੇ ਕਿਉਂਕਿ ਸਭ ਤੋਂ ਪੁਰਾਣੇ ਅਲਾਏ ਤਾਂ ਇਹੀ ਨੇ ਤੇ ਲਗਾਤਾਰ 10 ਸਾਲ ਸਰਕਾਰ ਵੀ ਰੱਖੀ ਇਹਨਾਂ ਨੇ। ਉਦੋਂ ਪਹਿਲਾਂ ਵੀ 5 ਸਾਲ ਬੀਜੇਪੀ ਨਾਲ ਰਹੇ ਤੇ ਲਗਾਤਾਰ ਐਸਜੀਪੀਸ ਦੀਆਂ ਇਲੈਕਸ਼ਨਾਂ ਵੀ ਜਿਹੜੀਆਂ ਉਹ ਵੀ ਇਹੀ ਜਿੱਤਦੇ ਰਹੇ ਨੇ ਤੇ ਇਸ ਵਾਰ ਪਤਾ ਲੱਗੂਗਾ। ਤੇ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਤੇ ਇੱਕ ਮੀਟਿੰਗ ਜ਼ਰੂਰ ਕਰਨ ਅਗਲੇ ਬਿਆਨ ਦੇਣ ਤੋਂ ਪਹਿਲਾਂ, ਕਿਉਂਕਿ ਸਭ ਤੋਂ ਪੁਰਾਣੇ ਸਾਥੀ ਬੀਜੇਪੀ ਦੇ ਇਹੀ ਨੇ ਤੇ ਹੁਣ ਈਵੀਐਮ ਦੀਆਂ ਜਿਹੜੀਆਂ ਗੱਲਾਂ ਇਹ ਕਰਦੇ ਨੇ ਕਿਤੇ ਨਾ, ਚਲੋ ਮੈਂ ਬਾਹਲਾ ਨਹੀਂ ਕਹਿਣਾ, 50% ਤਾਂ ਪਤਾ ਹੀ ਹੋਊ ਫਿਰ ਇਹਨਾਂ ਨੂੰ ਕਿਉਂਕਿ ਸਭ ਤੋਂ ਪੁਰਾਣੇ ਭਾਈਵਾਲ ਸੀ। ਤੇ ਜੇ ਸੁਖਬੀਰ ਜੀ ਕਹਿੰਦੇ ਆ ਇਹ ਗੱਲ ਤੇ ਇਕੱਲੀ ਬਿਹਾਰ ਇਲੈਕਸ਼ਨ 'ਚ ਤਾਂ ਹੁਣ ਈਵੀਐਮ ਦੀ ਗੱਲ ਆਈ ਨਹੀਂ। ਇਹਦਾ ਮਤਲਬ 2014 ਦੀ ਇਲੈਕਸ਼ਨ, 2019 ਦੀ ਇਲੈਕਸ਼ਨ, ਉਦੋਂ ਪਹਿਲਾਂ ਤੁਸੀਂ ਜਿਹੜੀ ਬੀਜੇਪੀ ਦੀ ਨਾਲ ਸਰਕਾਰ 10 ਸਾਲ ਬਣਾਈ ਆ ਉਹ ਈਵੀਐਮ ਦੇ ਰਾਹੀਂ ਬਣਾਈ ਆ। ਇਹਦਾ ਮਤਲਬ ਤਾਂ ਇਹੀ ਹੋ ਗਿਆ, ਸਪਸ਼ਟ ਜਿਹੜਾ ਗੱਲ ਆ ਉਹ ਉਹਨਾਂ ਨੇ ਕਰਤੀ। ਤੇ ਅਗਲੇ ਖਲਾਸੇ ਮੀਡੀਆ ਮੈਂ ਸਮਝਦਾ ਜ਼ਰੂਰ ਪੁੱਛੂਗਾ ਵੀ ਹੁਣ 6 ਮਹੀਨੇ ਦੇ ਵਿੱਚ ਜਾਂ 4 ਮਹੀਨੇ ਦੇ ਵਿੱਚ ਈਵੀਐਮਾਂ ਮਾੜੀਆਂ ਹੋ ਗਈਆਂ। ਜਦੋਂ ਅਸੀਂ ਸਾਰੀਆਂ ਗੱਲਾਂ ਕਹਿੰਦੇ ਸੀ ਜਾਂ ਆਮ ਲੋਕ ਗੱਲ ਕਹਿੰਦੇ ਸੀ ਉਦੋਂ ਤਾਂ ਤੁਸੀਂ ਮੰਨਦੇ ਨਹੀਂ ਸੀ। ਹੁਣ ਤੁਸੀਂ ਜਥੇਦਾਰ ਸਾਹਿਬ ਤੋਂ ਇਹ ਗੱਲ ਕਹਾਈ ਆ ਤੇ ਕਹਾਈ ਤਾਂ ਬਾਦਲਾਂ ਨੇ ਜਿਹਦੇ ਜੇਬ 'ਚੋਂ ਨਿਕਲੇ ਨੇ। ਮਿਸਿੰਗ ਸਰੂਪਾਂ 'ਤੇ ਵੀ ਗੱਲ ਹੋਈ ਹੈ, ਆਰਐਸਐਸ ਦੇ ਵਿੱਚ ਇਹ ਲਾਇਆ ਗਿਆ ਕਿ ਆਰਐਸਐਸ ਦੇ ਉੱਤੇ ਪਹੁੰਚਾਏਗੀ, ਕਈ ਇਸ ਤਰ੍ਹਾਂ ਦੇ ਬਿਆਨਬਾਜ਼ੀਆਂ ਹੋਈਆਂ ਨੇ। ਦੇਖੋ ਮੈਂ ਤਾਂ ਬਹੁਤ ਕਈ ਨਾ ਬੁੱਧੀਜੀਵੀ, ਕਈ ਜਿਹੜੇ ਪੰਜਾਬ ਦੇ ਸਾਡੇ ਸੂਝਵਾਨ ਨੌਜਵਾਨ ਸਿੱਖ ਆਗੂ ਵੀ ਹੋਰ ਵੀ ਜਿਹੜੇ ਬਾਦਲਾਂ ਤੋਂ ਲੱਗ ਸੀ, ਮੈਂ ਤਾਂ ਉਦੋਂ ਦਾ ਇਹ ਗੱਲ ਕਹਿਣਾ ਵੀ ਜਥੇਦਾਰ ਸਾਹਿਬ ਤੁਸੀਂ ਭੁਲੇਖੇ 'ਚੋਂ, ਜਥੇਦਾਰ ਸਾਹਿਬ ਬਿਲਕੁਲ ਬਾਦਲਾਂ ਦੀ ਪਰਚੀ 'ਚੋਂ ਨਿਕਲੇ ਨੇ। ਜਿੱਦਣ ਲੋੜ ਪੈਣੀ ਆ ਜਿੱਦਣ ਉਹਨਾਂ ਨੇ ਚਾਬੀ ਘਮਾਉਣੀ ਆ ਉਧਰ ਨੂੰ ਇਹਨਾਂ ਨੇ ਚੱਲਣਾ। ਅੱਜ ਬਾਦਲਾਂ ਦੇ ਹੱਕ ਦੇਖੋ ਨਾ, ਕਿੱਡਾ ਵੱਡੀ ਗੱਲ 100 ਸਾਲਾ ਜਿਹੜਾ ਇਹ ਐਸਜੀਪੀਸੀ ਨੂੰ 100 ਸਾਲ ਜਿਹੜੇ ਆ ਉਹ ਦਿਹਾੜਾ ਮਨਾਇਆ ਗਿਆ ਏ। ਤੇ ਉੱਥੇ ਕੀ ਹੋਇਆ ਏ, ਉੱਥੇ ਕੋਈ ਵੀ ਵਿਦਵਾਨ ਧਾਰਮਿਕ ਹੋਵੇ ਚਾਹੇ ਕੋਈ ਹੋਰ ਜਿਹਦੇ ਉੱਘੇ ਵਿਦਵਾਨ ਜਿਨ੍ਹਾਂ ਨੇ
ਸਾਡੇ ਧਰਮ ਲਈ, ਸਿੱਖੀ ਲਈ ਕੀਤਾ ਹੈ? ਕੋਈ ਨਹੀਂ। ਇੱਕ ਪਾਸੇ SGPC ਤੇ ਜਥੇਦਾਰ, ਦੂਜੇ ਪਾਸੇ ਸਾਰੀ ਉਦੋਂ ਵੀ ਵੱਡੀ ਸਟੇਜ ਆ ਜਿਹੜੀ ਉਹ ਅਕਾਲੀ ਦਲ, ਚਿੱਟੇ ਵਾਲਿਆਂ ਦੀ, ਗੁਰੂ ਮਹਾਰਾਜ ਦੀ ਬੇਅਦਬੀ ਵਾਲਿਆਂ ਦੀ। ਤੇ ਕੱਲ ਐਨ ਕਲੀਨ ਚਿੱਟ ਦੇ ਕੇ ਤੋਰਿਆ 100 ਸਾਲਾਂ ਤੇ ਜਥੇਦਾਰ। ਇਹੀ ਜਥੇਦਾਰ ਸਾਹਿਬ ਕੁਐਸਚਨ ਉਠਾਉਂਦੇ ਸੀ ਪਹਿਲਾਂ, ਪਰ ਜਦ ਕੱਲ ਹੁਣ ਪਤਾ ਲੱਗ ਗਿਆ ਵੀ ਉਹਨਾਂ ਨੇ ਚਾਬੀ ਕਮਾਈ ਤੇ ਜਥੇਦਾਰ ਇਹ ਗੱਲ ਕਲੀਅਰ ਕਰਕੇ ਕਲੀਨ ਚਿੱਟ ਦੇ ਗਏ ਸਰੂਪ ਸਾਹਿਬ ਬਾਰੇ ਵੀ, ਬਾਦਲਾਂ ਨੂੰ ਵੀ, ਬਈ ਜਿਹੜੀ ਤੁਸੀਂ ਤਾਂ ਸੋਚੋਗੇ ਵੀ ਜੇ ਅਸੀਂ ਇਹ ਕਹਿ ਦਈਏ ਵੀ ਉਹ ਸਰੂਪ ਨੇ ਜਿਹੜੇ ਬਾਦਲ ਸਾਹਿਬ RSS ਦੇ ਹੈੱਡਕੁਆਟਰ ਪਹੁੰਚਾਇਆ ਨਾਗਪੁਰ, ਇਹ ਗੱਲ ਉਹਨਾਂ ਨੇ ਕਹੀ ਆ, ਇਹ ਤਾਂ ਕਿਸੇ ਨੇ ਕਹੀ ਉਹ ਨਹੀਂ। ਪਰ ਇਹਦੇ ਨਾਲ ਉਹ 100% ਕਲੀਨ ਚਿੱਟ ਆਪਣੇ ਮਾਲਕਾਂ ਨੂੰ, ਜਿਨ੍ਹਾਂ ਨੇ ਇਹ ਕਿਹਾ ਵੀ ਭਾਈ ਆਹ ਮੌਕਾ ਏ, ਜਾਂ ਤਾਂ ਆਹ ਬਿਆਨ ਦੇ ਦਿਓ ਜਾਂ ਫਿਰ ਅਸੀਂ ਜੇਬ ਤੋਂ ਦੂਜੇ ਹੱਥ ਤੋਂ ਚਿੱਠੀ ਹੋਰ ਕੱਢ ਦਿੰਦੇ ਆ। ਉਹਨਾਂ ਨੂੰ ਕਿਹੜਾ ਮਿੰਟ ਲੱਗਣਾ ਇਹ ਚਿੱਠੀ ਕੱਢਣ ਨੂੰ, 100 ਸਾਲੇ ਦੇ ਕੱਢ ਦਿੰਦੇ। ਤੇ ਇਸ ਕਰਕੇ ਜਥੇਦਾਰ ਸਾਹਿਬ ਉਹਨਾਂ ਦੀ ਪੂਰੀ ਛਤਰੀ ਥੱਲੇ ਆ ਕੇ ਹੁਣ ਇਲੈਕਸ਼ਨਾਂ ਦਾ ਕਿਉਂਕਿ ਮਾਹੌਲ ਬਣਦਾ ਜਾ ਰਿਹਾ ਹੈ ਤੇ ਉਹ ਐਨ ਮੌਕੇ ਤੇ ਉਹਨਾਂ ਨੇ ਕੰਪੇਨ ਆ ਜਿਹੜੀ ਜਥੇਦਾਰ ਸਾਹਿਬ ਨੇ ਬਾਦਲ ਹੋਣਾ ਦੀ ਸ਼ੁਰੂ ਕਰਤੀ ਹੈ। ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜੇ ਪੰਥਕ ਵੋਟ ਹੈ ਹੁਣ ਅਕਾਲੀ ਦਲ ਦਾ ਨਿਸ਼ਾਨਾ ਉਹਦੇ ਤੇ ਹੈ, ਕਿਉਂਕਿ ਕਿਸਾਨ ਵੈਸੇ ਨਾਰਾਜ਼ ਬੈਠੇ ਹੋਏ ਨੇ, BJP ਅਲੱਗ ਹੋ ਗਈ ਹੈ ਤੇ ਇਹ ਹਾਂ ਬਿਲਕੁਲ ਨਿਤਿਨ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਤੁਸੀਂ ਬਹੁਤ ਚਿਰ ਤੋਂ ਪੰਜਾਬ ਕਵਰ ਕਰਦੇ ਹੋ, ਵੋਟ ਆਉਣੀ ਨਾ ਆਉਣੀ ਉਹ ਅਲੱਗ ਗੱਲ ਆ, ਪਰ BJP ਅਲੱਗ ਹੋਣ ਨਾਲ ਇਹ ਬਿਲਕੁਲ ਤੁਹਾਡੀ ਸਹੀ ਗੱਲ ਆ ਵੀ ਕਿਤੇ ਨਾ ਕਿਤੇ ਦੁਬਾਰਾ, ਕਿਉਂਕਿ ਮਹਾਰਾਜ ਦੇ ਸਰੂਪ ਸਾਹਿਬ ਤੋਂ ਬਾਅਦ ਜਿਹੜਾ ਇਸ਼ੂ ਆਇਆ ਬਰਗਾੜੀ ਦਾ ਜਾਂ ਬਹਿਬਲ ਕਲਾਂ ਦਾ, ਕੋਟਕਪੂਰੇ ਦਾ, ਉਦੋਂ ਬਾਅਦ ਸਿੱਖ ਤਾਂ ਬਿਲਕੁਲ ਹੀ ਬਾਦਲਾਂ ਤੋਂ ਅਲੱਗ ਹੋ ਗਿਆ ਤੇ ਜਿਹੜੀ BJP ਕਰਕੇ ਸ਼ਹਿਰ ਦੀ ਵੋਟ ਪੈਂਦੀ ਸੀ ਉਹ ਟੋਟਲ ਅਲੱਗ ਹੋ ਗਈ। ਤੇ ਇਸ ਵੇਲੇ ਪਾਰਟੀ ਆ ਜਿਹੜੀ ਬਿਲਕੁਲ ਉਹ ਹਵਾ 'ਚ ਆ। ਤੇ ਹੁਣ ਅਖੀਰਲਾ ਦਾ ਹੈ ਜਿਹੜਾ ਅਕਾਲ ਤਖਤ ਜਥੇਦਾਰ ਸਾਹਿਬ ਦਾ, ਕਿਉਂਕਿ ਜਿਹੜਾ ਉਹਨਾਂ ਦਾ ਮਾਣ ਸਨਮਾਨ, ਉਹ ਕੁਰਸੀ ਜਥੇਦਾਰ ਸਾਹਿਬ ਦਾ, ਉਹ ਸਾਡਾ ਇਤਿਹਾਸ ਜਿਹੜਾ ਹੈ, ਹੁਣ ਆਖਰੀ ਅਟੈਂਪਟ ਆ ਜਿਹੜਾ ਉਹ ਫੇਰ ਜਥੇਦਾਰ ਨੂੰ ਪਰਚੀ ਦਾ ਡਰ ਦਿਖਾ ਕੇ ਤੇ ਜਥੇਦਾਰ ਸਾਹਿਬ ਐਨ ਗਾਣੇ ਗਾਏ ਆ, ਚੰਗੀ ਤਰ੍ਹਾਂ ਛੋਲੇ ਗਾਏ ਆ ਬਾਦਲਾਂ ਦੇ ਉਹਨਾਂ ਨੇ, ਜੋ ਜਿੰਨੀ ਉੱਚੀ ਆਵਾਜ਼ 'ਚ ਉਹਨਾਂ ਤੋਂ ਕਹਿ ਹੋਇਆ ਸੀ 100 ਸਾਲੇ ਤੇ ਹੋਰ ਤਾਂ ਗੱਲ ਕੀਤੀ ਕੋਈ ਨਹੀਂ। ਤੇ ਇਸ ਕਰਕੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਆ, ਪਰ ਐ ਵੋਟ ਜਿਹੜੀ ਆ ਨਾ ਪਈ ਆ ਨਾ ਪੈਣੀ ਆ, ਕਿਉਂਕਿ EVM ਵੀ ਸਾਥ ਨਹੀਂ ਦੇ ਰਿਹਾ ਨਾਲ। ਹੁਣ ਜਿਹੜੀ EVM ਅੱਗੇ ਕਹਿੰਦੇ ਸੀ ਉਹਨੂੰ ਵੀ ਉਹ ਆਪ ਦੱਸ ਰਹੇ ਆ ਵੀ ਉਹ ਵੀ ਹੁਣ ਮੋਦੀ ਸਾਹਿਬ ਦੇ ਹੱਥ ਚਾਬੀ ਆ, ਸਾਡੇ ਕੋਲ ਜਿਹੜੀ ਦੂਜੀ ਚਾਬੀ ਦਿੱਤੀ ਹੋਈ ਸੀ ਉਹ ਵੀ ਵਾਪਸ ਲੈ ਲਈ। ਤੇ ਇਸ ਕਰਕੇ ਉਹ ਪਟਾਰਾ ਖੁੱਲ੍ਹ ਗਿਆ, ਸਾਰਾ ਹੀ ਨੰਗੇ ਹੀ ਹੋ ਗਏ। ਵੋਟਾਂ ਦੀ ਗੱਲ ਹੋ ਰਹੀ ਹੈ, BJP ਪਰਸੋਂ ਜਿਹੜਾ ਇੱਕ ਦਫ਼ਤਰ ਖੋਲ੍ਹਣ ਜਾ ਰਹੀ 19 ਤਰੀਕ ਨੂੰ, 11 ਜਗ੍ਹਾ ਦਫ਼ਤਰ ਖੁੱਲ੍ਹਣਗੇ। JP ਨੱਡਾ ਵੀ ਆਉਣਗੇ, ਥੋੜ੍ਹੇ ਦਿਨ ਬਾਅਦ ਉਹਨਾਂ ਦਾ ਵੀ ਦੌਰਾ ਹੈ। ਤੁਸੀਂ ਬਿਆਨ ਇੱਕ ਸੋਸ਼ਲ ਮੀਡੀਆ ਜਾਰੀ ਕੀਤਾ ਸੀਗਾ ਕਿ ਮੈਂ ਧਰਨਾ ਲਾਵਾਂਗਾ, ਨਹੀਂ ਤੇ BJP ਕਹਿ ਰਹੀ ਹੈ ਕਿ ਰਵਨੀਤ ਬਿੱਟੂ ਨੱਡਾ ਨੂੰ ਰੋਕ ਨਹੀਂ ਸਕਦੇ, ਕੋਈ ਨਹੀਂ ਰੋਕ ਸਕਦਾ ਪੰਜਾਬ 'ਚ ਆਉਣ 'ਤੇ। ਨਹੀਂ ਮੈਂ ਤਾਂ ਇਹ ਗੱਲ ਕਹੀ ਸੀ ਵੀ ਜਿਹੜੇ ਦਫ਼ਤਰ ਖੁੱਲ੍ਹ ਰਹੇ ਆ 19 ਤਰੀਕ ਨੂੰ, ਉਹ ਕਿਸਾਨਾਂ ਨੂੰ ਵੇਚ ਕੇ, ਕਿਸਾਨਾਂ ਦਾ ਸੌਦਾ ਜਿਹੜਾ ਕੀਤਾ, ਉਹਨਾਂ ਤੋਂ ਇਹ ਦਫ਼ਤਰ ਖਰੀਦੇ ਨੇ। ਜਿਹੜੇ ਦਫ਼ਤਰ ਹੋਰ ਪਾਰਟੀਆਂ ਦੇ ਤਾਂ ਕਿਸੇ ਤੋਂ ਬਣਿਆ ਨਾ ਦਫ਼ਤਰ ਇੰਨੇ, ਹਰ ਜ਼ਿਲ੍ਹੇ 'ਚ ਪੰਜਾਬ 'ਚ ਇਕੱਠੇ 11 ਦਫ਼ਤਰ ਅਲੀਸ਼ਾਨ ਮਾਰਬਲ, ਜਿਹਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੈ, ਉਹ ਤੋਂ ਲੈਸ ਦਫ਼ਤਰ ਨੇ। ਤੇ ਕਿੱਥੋਂ ਪੈਸਾ ਆ ਗਿਆ? ਇਹ ਜਿਹੜੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਵਪਾਰੀਆਂ ਦਾ ਸੌਦਾ ਕੀਤਾ, 20,000 ਕਰੋੜ ਤਾਂ ਲੁਧਿਆਣੇ ਤੋਂ ਵੀ ਸਾਡਾ ਘਾਟਾ ਪੈ ਗਿਆ ਤੇ 20,000 ਕਰੋੜ ਬਾਕੀ ਸੂਬਿਆਂ ਨੂੰ ਫਾਇਦਾ ਹੋ ਗਿਆ, ਕਿਸੇ ਇੰਡਸਟਰੀਲਿਸਟਾਂ ਨੂੰ ਫਾਇਦਾ ਹੋ ਗਿਆ। ਜਿਹੜੇ ਪੰਜਾਬ ਦੇ ਇੰਡਸਟਰੀ ਸਾਡੇ 2 ਸ਼ਹਿਰਾਂ ਲੁਧਿਆਣੇ ਤੇ ਜਲੰਧਰ ਦੇ 20,000 ਕਰੋੜ 'ਚ ਮਾਰ ਕੇ ਰੱਖਤੇ, ਉਹਨਾਂ ਦੇ ਆਰਡਰ ਕੈਂਸਲ ਹੋਏ, ਕਿਤੇ ਹੋਰ ਮਿਲੇ, ਉਹਨਾਂ 'ਚੋਂ ਇਹ ਦਫ਼ਤਰ ਨਿਕਲਿਆ, ਪੈਦਾ ਕਰਤੇ ਪੰਜਾਬ ਦਾ ਖੂਨ ਚੂਸ ਕੇ। ਨੱਡਾ ਸਾਹਿਬ ਦੇਖੋ, ਮੇਰੀ ਕੋਈ ਜਾਤੀ ਆ ਨੱਡਾ ਸਾਹਿਬ ਨਾਲ, ਮੇਰੀ ਕੋਈ ਜਾਤੀ ਆ ਕਿਸੇ ਨਾਲ, ਪਰ ਜਦੋਂ ਨਿਤਿਨ ਕੋਈ ਦਲਾਲ ਕਹੇਗਾ ਔਰ ਉੱਚੀ ਆਵਾਜ਼ 'ਚ ਇਹ ਗੱਲ ਕਹੇਗਾ ਵੀ ਇਹ ਸੜਕਾਂ ਤੇ ਜਿਹੜੇ ਬੈਠੇ ਆ ਇਹ ਦਲਾਲ ਬੈਠੇ ਆ, ਹੁਣ ਉਹ ਸਾਡੀਆਂ ਮਾਵਾਂ ਬੈਠੀਆਂ, ਭੈਣਾਂ ਬੈਠੀਆਂ, ਸਾਡੇ ਨੌਜਵਾਨ ਬੈਠੇ ਆ, ਸਾਡੇ ਬੱਚੇ ਬੈਠੇ ਆ, ਸਾਡੇ ਬਾਪ ਬੈਠੇ, ਉਹਨਾਂ ਨੂੰ ਅਸੀਂ ਦਲਾਲ ਕਹਾ ਕੇ ਫਿਰ ਸਾਡਾ ਪੰਜਾਬੀ ਹੋਣ ਦਾ ਕੀ ਫਾਇਦਾ? ਅਸੀਂ ਤਾਂ ਜਿੰਨੀ ਵਾਹ ਲੱਗੂਗੀ ਉਨੀ ਲਾਵਾਂਗੇ, ਪਰ ਹਾਂ ਡੈਮੋਕ੍ਰੈਟਿਕ ਤਰੀਕੇ ਨਾਲ, ਜੋ ਲੋਕਤੰਤਰ 'ਚ ਅਧਿਕਾਰ ਮਿਲਦਾ ਹੈ। ਕੋਈ ਪੱਥਰ ਚੱਕ ਕੇ ਜਾਂ ਮੈਂ ਰਾਈਫਲ ਚੱਕ ਕੇ ਨਹੀਂ ਨੱਡਾ ਸਾਹਿਬ ਨੂੰ ਜਾਂ ਕਿਸੇ ਨੂੰ ਰੋਕਣਾ। ਜੋ ਲੋਕਤੰਤਰ 'ਚ ਜੋ ਤਰੀਕੇ ਨੇ ਉਹ ਅਸੀਂ ਵਿਰੋਧ ਆ ਜਿਹੜਾ ਉਹ 100% ਕਰਾਂਗੇ, ਢਿੱਲ ਦਾ ਜ਼ੋਰ ਲਾਵਾਂਗੇ ਵੀ ਉਹ ਆਪਣੇ ਸ਼ਬਦਾਂ ਤੋਂ ਬਦਲ ਕੇ ਮਾਫੀ ਮੰਗਣ ਵੀ ਮੈਂ ਗਲਤ ਦਲਾਲ ਸ਼ਬਦ ਆ ਜਿਹੜਾ ਉਹ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਨਹੀਂ ਵਰਤਿਆ। ਤੇ ਇੱਕ ਗੱਲ ਮੇਰੀ ਸੁਣ ਲਓ, ਹੁਣ ਮੰਡੀਆਂ ਬੰਦ ਕਰਨੀਆਂ ਪੈ ਗਈਆਂ ਹਰਿਆਣੇ ਨੂੰ ਵੀ ਤੇ ਪੰਜਾਬ ਨੂੰ ਵੀ। ਕਿਉਂਕਿ ਜਿਹੜਾ ਇਹ ਮਾਡਲ ਕਹਿੰਦੇ ਆ, ਕਿਉਂ UP ਤੇ ਬਿਹਾਰ 'ਚੋਂ ਟਰੱਕਾਂ ਦੇ ਟਰੱਕ, ਟਰਾਲੀਆਂ ਦੀਆਂ ਟਰਾਲੀਆਂ ਮੰਡੀਆਂ 'ਚ ਆ ਰਹੀਆਂ ਏ?
ਜੇ ਅੰਬਾਨੀ ਅਡਾਨੀ ਜਾਂ ਜਿਹੜੇ ਵੀ ਹੋਰ 100 ਬੰਦੇ ਆ ਉਹ ਕਿਉਂ ਨਹੀਂ ਹੁਣ ਫਸਲ ਖਰੀਦ ਲਏ, ਕਿਉਂ ਝੋਨਾ ਸਾਰਾ ਪੰਜਾਬ 'ਚ ਗਿਆ ਏ? ਕਿਉਂਕਿ ਮੀਡੀਆ ਰਾਹੀਂ ਰੌਲਾ ਪਿਆ ਬਿੱਲਾਂ ਦਾ, ਪਤਾ ਲੱਗਿਆ ਵੀ MSP ਆ ਜਿਹੜੀ ਉਹ ਹਰਿਆਣਾ ਪੰਜਾਬ 'ਚ ਹੈਗੀ ਆ। ਤੇ ਜੇ ਇਹ ਬਿੱਲ ਕਾਮਯਾਬ ਹੁੰਦੇ ਤਾਂ ਪੰਜਾਬ ਦਾ ਕਿਸਾਨ ਜਾਂ ਹਰਿਆਣੇ ਦਾ ਕਿਸਾਨ ਗੱਡੀਆਂ ਭਰ ਕੇ, ਟਰੱਕ ਭਰ ਕੇ ਆਪਣੇ ਲੈ ਕੇ ਯੂਪੀ 'ਚ ਵੇਚਦਾ ਵੀ ਭਾਈ ਸਾਨੂੰ ਤਾਂ ਉੱਥੇ 2000 ਦੀ ਫਸਲ ਵਿਕ ਰਹੀ ਆ, ਮੱਧ ਪ੍ਰਦੇਸ਼ ਜਾ ਕੇ ਵੇਚਦਾ ਵੀ 2500 ਦੀ ਵਿਕ ਰਹੀ ਆ। ਕਿਉਂ ਮੱਧ ਪ੍ਰਦੇਸ਼, ਯੂਪੀ, ਬਿਹਾਰ ਆ ਜਿਹੜਾ ਉਹ ਹਰਿਆਣੇ ਤੇ ਪੰਜਾਬ 'ਚ ਕਿਉਂ ਵੇਚਣਾ ਆ? ਨੱਡਾ ਸਾਹਿਬ ਤੇ ਇਹਨਾਂ ਦੇ ਜਿਹੜੇ ਆਗੂ ਨੇ ਜਾਂ ਤੁਹਾਨੂੰ ਸਮਝ ਹੀ ਹੈ ਨਹੀਂ ਗੇ। ਕਿਸੇ BJP ਵਾਲੇ ਨੂੰ ਪੁੱਛ ਲਓ, ਚੁੱਗ ਸਾਹਿਬ ਨੂੰ ਪੁੱਛ ਲਓ, ਅਸ਼ਵਨੀ ਜੀ ਨੂੰ ਪੁੱਛ ਲਓ, ਆ ਨਕਲੀ ਪੰਜਾਬੀ ਨੇ ਜਿਹੜੇ, ਚਲੋ ਉਹਨਾਂ ਨੂੰ ਤਾਂ ਕੀ ਸਮਝ ਹੀ ਨਹੀਂ ਪੁਰੀ ਸਾਹਿਬ ਨੂੰ ਖੇਤਾਂ ਦੀ, ਪਰ ਹੋਰ ਕਿਸੇ ਨੂੰ ਪੁੱਛ ਲਓ ਵੀ ਇਹ ਫਸਲ ਕਿਉਂ ਆਈ ਆ ਵਿਕਣ, ਕਿਹਨੇ ਭੇਜੀ ਆ? ਤੇ ਅਸੀਂ ਜੇ ਰੋਕਦੇ ਆ ਉਹ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਨਾਗਰਿਕ ਨੇ ਉਹ ਵੀ ਹਿੰਦੁਸਤਾਨ ਦੇ। ਜਦੋਂ ਅਸੀਂ ਕਹਿੰਦੇ ਆ ਵਨ ਨੇਸ਼ਨ, ਇੱਕ ਮੰਡੀ, ਇੱਕ ਦੇਸ਼ ਦੀ ਗੱਲ ਕਰਦੇ ਆ ਜਦੋਂ, ਤੇ ਫਿਰ ਕਿਸੇ ਨੂੰ ਅਸੀਂ ਰੋਕਦੇ ਕਿਉਂ ਆ? ਫਿਰ ਵੇਚਣ ਦਿਓ ਉਹਨਾਂ ਨੂੰ ਪੰਜਾਬ 'ਚ ਆ ਕੇ। ਤੁਹਾਡਾ ਬਿਆਨ, ਤੁਸੀਂ ਜਿਸ ਤਰ੍ਹਾਂ ਹਰਦੀਪੁਰੀ ਨਕਲੀ ਪੰਜਾਬੀ ਕਿਹਾ ਸੀ, ਪਿਛਲੀ ਵਾਰੀ ਬਹੁਤ ਬਵਾਲ ਹੋਇਆ, ਕਿਹਾ ਕਿ ਤੁਸੀਂ ਕੌਣ ਹੁੰਦੇ ਸਰਟੀਫਿਕੇਟ ਵੰਡਣ ਵਾਲੇ? ਰਵਨੀਤ ਬਿੱਟੂ ਵੰਡੇਗਾ ਸਰਟੀਫਿਕੇਟ? ਮੈਂ ਤਾਂ ਕੋਈ ਨਹੀਂ, ਮੈਂ ਤਾਂ ਆਜ਼ਾਦੀ 'ਚ ਆਪਣਾ ਕਹਿ ਤਾਂ ਮੈਂ ਸਕਦਾ ਹੀ ਹਾਂ। ਮੈਂ ਸਰਟੀਫਿਕੇਟ ਤਾਂ ਹੁਣ ਮੈਂ ਤਾਂ ਪੁੱਛਿਆ ਸੀ, ਮੈਂ ਕਿਹਾ ਦੱਸੋ ਸਰਟੀਫਿਕੇਟ ਕਿ ਪੰਜਾਬ ਦਾ ਕਿੱਥੇ ਦਾ ਜਨਮ ਹੋਇਆ, ਕਿੱਥੇ ਪੜ੍ਹੇ ਨੇ, ਕਿੱਥੇ ਰਹਿੰਦੇ ਆ, ਕਿੱਥੇ ਕੋਈ ਇਹਨਾਂ ਦੀ ਵੋਟ ਬਣੀ ਆ ਪੰਜਾਬ 'ਚ, ਦੱਸੋ ਤਾਂ ਸਹੀ। ਵੀ ਪੰਜਾਬ ਦੀ ਗੱਲ ਕਰਦੇ ਆ, ਹਰ ਮੀਟਿੰਗ 'ਚ ਬਹਿ ਜਾਂਦੇ ਆ ਕੇ ਉੱਚਾ ਜਿਹਾ ਕੁੜਤਾ ਪਜਾਮਾ ਪਾ ਕੇ। ਸਰਟੀਫਿਕੇਟ ਮੈਂ ਕੋਈ ਦੇਣ ਵਾਲਾ ਨਹੀਂਗਾ, ਉਹ ਤਾਂ ਅੰਮ੍ਰਿਤਸਰ ਵਾਲਿਆਂ ਨੇ ਦੇਤਾ ਸੀਗਾ ਜਦੋਂ BJP ਵਾਲਿਆਂ ਨੇ ਭੇਜੇ ਸੀਗੇ, ਉਹ ਤਾਂ ਸਰਟੀਫਿਕੇਟ ਦੇ ਕੇ ਤੋਰਿਆ ਉਹਨਾਂ ਨੇ, ਉਹ 'ਚ ਤਾਂ ਕੋਈ ਭੁਲੇਖਾ ਹੀ ਨਹੀਂ। ਪਰ ਮੈਨੂੰ ਤੁਸੀਂ ਦੱਸੋ, ਜਿਹੜਾ ਬੰਦਾ ਫੋਰਨ ਸਰਵਿਸ ਕਰਦਾ ਰਿਹਾ ਏ ਹਮੇਸ਼ਾ, ਉਹ ਹੁਣ ਕਿਸਾਨ ਦੀ MSP ਦੀ, ਕਿਸਾਨ ਦੀ ਮੰਡੀ ਦੀ, ਉਹਨੂੰ ਵਿਚਾਰੇ ਨੂੰ ਕਿਉਂ ਗਰੀਬ ਨੂੰ ਫਸਾਉਂਦੇ ਹੋ ਵਿੱਚ? ਗਰੇਵਾਲ ਸਾਹਿਬ ਨੇ ਉੱਥੇ, ਉਹਨਾਂ ਨੂੰ ਪੁੱਛ ਲਓ, ਸੰਪਲਾ ਸਾਹਿਬ ਨੂੰ ਬਿਠਾ ਕੇ ਪੁੱਛ ਲਓ, ਸੋਮ ਪ੍ਰਕਾਸ਼ ਜੀ ਨੂੰ ਪੁੱਛ ਲਓ, ਜਿਆਨੀ ਸਾਹਿਬ ਨੂੰ ਪੁੱਛ ਲਓ, ਜਿਹੜਾ ਫੋਰਨ ਅਫੇਅਰਸ ਦਾ ਹਮੇਸ਼ਾ ਆਫਿਸਰ ਰਿਹਾ ਏ ਤੇ ਜਹਾਜ਼ਾਂ ਤੇ ਉੜਨ ਵਾਲੇ, ਹੁਣ ਵੀ ਜਹਾਜ਼ਾਂ ਵਾਲਾ ਮਹਿਕਮਾ ਹੀ ਆ, ਤੇ ਤੁਸੀਂ ਲਈ ਫਿਰਦੇ ਹੋ ਖੇਤਾਂ 'ਚ। ਉਹ ਫਿਰ ਕੀ ਰਾਇ ਆ ਕੇ ਦੇਣਗੇ? ਜਿਹੋ ਜਿਹੀ ਉਹ ਰਹਿ ਦਿੰਦੇ ਆ ਉਹੋ ਜਿਹਾ ਫਿਰ ਕੰਮ ਚੱਲੀ ਜਾਂਦਾ ਏ। ਇੱਕ ਕਿਸਾਨ ਜਿਹੜੇ 26/27 ਨੂੰ ਆ ਰਹੇ ਨੇ, ਦਿੱਲੀ ਪੁਲਿਸ ਨੇ ਪਰਮਿਸ਼ਨ ਦੇਣ ਤੋਂ ਮਨਾ ਕਰਤਾ ਹੈ। ਰਾਮਲੀਲਾ ਮੈਦਾਨ ਤੇ ਜੰਤਰ ਮੰਤਰ ਵੀ ਪਰਮਿਸ਼ਨ ਨਹੀਂ ਮਿਲੀ ਹੈ, ਤਾਂ ਲੱਗਦਾ ਦਿੱਲੀ ਪਹੁੰਚ ਪਾਉਣਗੇ ਕਿਸਾਨ, ਜਿਹੜਾ ਹੁੰਕਾਰਾ ਦਿੱਤਾ ਗਿਆ ਦਿੱਲੀ ਚਲੋ ਦਾ? ਦੇਖੋ ਫੇਰ ਉਹੀ ਗੱਲ ਹੋ ਗਈ ਨਾ, ਹੁਣ ਪਰਮਿਸ਼ਨ ਨਹੀਂ ਦੇਣਗੇ ਤਾਂ ਅੱਗ ਹੋਰ ਲੱਗੂ ਕਿ ਨਹੀਂ? ਉਹ ਜੇ ਉਹ ਆਉਂਦੇ ਨੇ ਉਹ ਕੀ ਕਰ ਦੇਣਗੇ? ਆ ਕੇ ਰਾਮਲੀਲਾ ਮੈਦਾਨ 'ਚ ਆ ਕੇ ਬਹਿ ਜਾਣਗੇ। ਕਰੋਨਾ ਕਰਕੇ ਕਹਿ ਰਹੇ ਨਹੀਂ, ਕਰੋਨਾ ਹੋਊਗਾ ਉਹਨਾਂ ਨੂੰ ਹੋਊਗਾ, ਪੰਜਾਬ 'ਚ ਵੀ ਤਾਂ ਰੋਜ਼ ਉਹ ਬੈਠੇ ਆ ਧਰਨਿਆਂ ਤੇ। ਉਹ ਤਾਂ ਤੁਹਾਨੂੰ ਫਿਕਰ ਨਹੀਂ, ਜਿਹੜੀਆਂ ਸਾਰੀਆਂ ਮਾਵਾਂ ਧੀਆਂ ਸਾਡੀਆਂ ਇੱਜ਼ਤਾਂ ਜਿਹੜੀਆਂ ਉਹ ਸੜਕਾਂ ਤੇ ਬੈਠੀਆਂ 3 ਮਹੀਨੇ ਹੋ ਗਏ, ਉਹ ਤਾਂ ਫਿਕਰ ਨਹੀਂ, ਤੇ ਦਿੱਲੀ 'ਚ ਆ ਕੇ ਤੁਹਾਨੂੰ ਫਿਕਰ ਆਪਣਾ ਹੈ ਜੀ। ਤੇ ਜੇ ਉਹ ਕਿਸਾਨ ਤੁਸੀਂ ਰਾਮਲੀਲਾ ਮੈਦਾਨ ਆਉਣ ਦਿਓ ਉਹਨਾਂ ਨੂੰ, ਤੇ ਉਹ ਬੈਠ ਕੇ ਆਪਣੀ ਗੱਲ ਕਰਨਗੇ, ਤੁਸੀਂ ਉਹਨਾਂ ਨਾਲ ਗੱਲ ਕਰ ਲਿਓ, ਗੱਲ ਕਰਕੇ ਜਿਵੇਂ ਤੁਸੀਂ 31 ਜਥੇਬੰਦੀਆਂ ਨਾਲ ਕੀਤੀ ਆ ਉਹਨਾਂ ਨਾਲ ਕਰ ਲਿਓ। ਤੁਸੀਂ ਜਦੋਂ ਧੱਕਾ ਕਰਦੇ ਹੋ ਨਾ, ਉਦੋਂ ਪ੍ਰੋਬਲਮ ਆਉਂਦੀ ਆ। ਫਿਰ ਹੁਣ ਕੀ ਹੋਊਗਾ? ਹੁਣ ਉਹ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਟਰਾਲੀਆਂ ਖੇਤਾਂ 'ਚੋਂ ਚੱਲਣਗੇ, ਡੰਡੀਆਂ 'ਚੋਂ ਚੱਲਣਗੇ, ਦਿੱਲੀ ਪਹੁੰਚਣਗੇ। ਜਿੱਥੇ ਰੋਕੋਗੇ ਉਹ ਸੜਕਾਂ ਬੰਦ ਕਰਨਗੇ। ਫਿਰ ਸਾਰਾ ਜਿਹੜਾ ਪੰਜਾਬ, ਹੁਣ ਤਾਂ ਟ੍ਰੇਨਾਂ ਬੰਦ ਤੁਸੀਂ ਕਹਿੰਦੇ ਹੋ ਨਾ, ਫਿਰ ਸਾਰੀਆਂ ਸੜਕਾਂ ਪੰਜਾਬ ਦੀਆਂ 26/27 ਨੂੰ ਬੰਦ ਹੋ ਜਾਣਗੀਆਂ। ਨਾ ਤੁਸੀਂ ਜੰਮੂ ਕਸ਼ਮੀਰ, ਨਾ ਕੋਈ ਹਿਮਾਚਲ, ਨਾ ਕੋਈ ਲੇਹ ਲਦਾਖ, ਸਾਰਾ ਲੋਕ ਜਿਹੜਾ ਜਾਮ ਹੋ ਜਾਏਗਾ। ਫਿਰ ਲਈ ਜਾਇਓ ਸਵਾਦ, ਫਿਰ ਤੁਸੀਂ ਇਹ ਕਰਾ ਕੇ ਹਟਣਾ। ਅਸੀਂ ਤਾਂ ਮੇਰੇ ਪੰਜਾਬੀਆਂ ਨੂੰ ਅਪੀਲ ਆ, ਕੋਈ ਪਾਰਟੀ ਨਾ ਦੇਖੋ, ਕੋਈ ਧਰਮ ਨਾ ਦੇਖੋ। 26/27 ਇਹ ਜ਼ਿੰਦਗੀ ਦਾ ਇਮਤਿਹਾਨ ਆ ਆਪਣਾ। ਜਿੰਨਾ ਜੋ ਤੁਸੀਂ ਕਰ ਸਕਦੇ ਹੋ, ਆਪਣੇ ਜਿੱਥੇ ਵੀ ਪੁਲਿਸ ਰੋਕਦੀ ਆ ਉੱਥੇ ਬਹਿ ਜਾਓ, ਉਹੀ ਸੜਕ ਰੋਕ ਲਓ। ਹੁਣ ਤਕਲੀਫ ਤਾਂ ਕੱਟਣੀ ਪੈਣੀ ਆ। ਕੋਈ ਕਹੂਗਾ ਜੀ ਸਾਨੂੰ ਬਿਮਾਰ ਦਾ ਅੜਿੱਕਾ ਆ ਰਿਹਾ, ਸਾਨੂੰ ਕੋਈ ਹੋਰ ਪ੍ਰੋਬਲਮ ਆ ਰਹੀ ਆ, ਇਹ ਤਾਂ ਕੱਟਣੀ ਪੈਣੀ ਆ ਭਾਈ। ਜੇ ਆਪਣੇ ਆਪ ਨੂੰ ਬਚਾਉਣਾ, ਜੇ ਅਗਲੀਆਂ ਪੀੜ੍ਹੀਆਂ ਨੂੰ ਬਚਾਉਣਾ, ਫਿਰ 26/27 ਨੂੰ ਜਿਹੜਾ ਇਹ ਫੈਸਲਾ ਕਰਨਾ ਪੈਣਾ। ਹੁਣ ਕਿਸਾਨ ਵੀਰੋ, ਇਹ 'ਚ ਕੋਈ ਇਹ ਨਾ ਦੇਖੋ ਕਾਂਗਰਸੀਆਂ ਨੂੰ ਕਹਿ ਦਿਓ ਪਿੱਛੇ ਬਹਿ ਜਾ। ਤੁਸੀਂ ਅਨਾਊਂਸ ਕਰਕੇ ਕਹਿ ਦਿਓ ਵੀ ਜੇ ਕਾਂਗਰਸੀ ਆਉਂਦਾ, ਅਕਾਲੀ ਦਲ ਆਉਂਦਾ, BJP ਵਾਲਾ ਆਉਂਦਾ ਪੰਜਾਬੀ, ਉਹਨੂੰ ਕਹਿ ਸਭ ਤੋਂ ਪਿੱਛੇ ਬਹਿ ਜਾ ਭਾਈ। ਪਰ ਰੋਕੋ ਨਾ ਕਿਸੇ ਨੂੰ, ਸਭ ਨੂੰ ਆਉਣ ਦਿਓ। ਸਟੇਜ ਤੇ ਤੁਸੀਂ ਬੈਠੋ, ਮਾਈਕ ਤੁਹਾਡੇ ਹੱਥ ਹੋਵੇ ਕਿਸਾਨ ਜਥੇਬੰਦੀਆਂ ਦੇ। ਪਰ ਅਪੀਲ ਮੈਂ ਕਰਦਾ ਵੀ ਸਾਰੀਆਂ ਗੱਲਾਂ ਛੱਡ ਕੇ, ਜਿਵੇਂ ਤੁਸੀਂ ਜੱਥੇ ਬਣਾ ਕੇ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਹੋ, ਮੰਦਿਰਾਂ ਨੂੰ ਮੱਥਾ ਟੇਕਣ ਯਾਤਰਾ ਕਰਦੇ ਹੋ, ਉਸੇ ਤਰੀਕੇ ਨਾਲ ਇਹ ਆਪਣੇ ਲਈ ਇੱਕ ਮੰਦਿਰ ਤੇ ਗੁਰਦੁਆਰੇ ਦੀ ਇਹ ਯਾਤਰਾ ਏ। ਆਪਣੇ ਸਾਰੇ, ਮੈਂ ਸਮਝਦਾ ਜਿਹੜੀ ਅਗਲੀਆਂ ਪੀੜ੍ਹੀਆਂ ਦਾ ਦਾਇਰੋ ਮਾਰੇ ਤੇ ਖੜਾ, ਪਿੰਡਾਂ ਦੇ ਪਿੰਡ ਤੁਰ ਪਓ, ਪਿੰਡਾਂ ਦੇ ਪਿੰਡ ਨਿਕਲ ਆਓ ਤੇ ਜਾ ਕੇ ਦਿਖਾ ਦਿਓ
ਵੀ ਕਿਸ ਤਰੀਕੇ ਨਾਲ ਪੰਜਾਬੀ ਅੱਜ ਲਾਮਬੰਦ ਆ। ਇਹ ਆਪਾਂ ਨੂੰ ਕਿਤੇ ਐਵੇਂ ਹੀ ਹਲਕੇ 'ਚ ਜੰਮੂ ਕਸ਼ਮੀਰ ਵਾਂਗੂ ਜਾਂ ਹੋਰ ਜੋ ਨਾਰਥ ਈਸਟ 'ਚ ਧੱਕਾ ਕਰਦੇ ਆ ਉਹ ਸਹਿ ਲੈਂਦੇ ਆ, ਪਰ ਤੁਸੀਂ ਪੀਰੋ ਆਪਣੀ ਹੋਂਦ ਦੀ ਲੜਾਈ ਆ। ਸਾਰੇ ਸਰਪੰਚ, ਸਾਰੇ ਲੰਬੜਦਾਰ, ਸਾਰੇ ਚੌਂਕੀਦਾਰ, ਯੂਨੀਅਨ ਸਾਰੀਆਂ ਇਕੱਠੀਆਂ ਹੋ ਕੇ ਆਪਣੇ ਪਿੰਡ 'ਚ ਮੀਟਿੰਗਾਂ ਕਰੋ ਵੀ ਕਿਸ ਕਿਸ ਪਿੰਡ ਨੇ ਕਿਵੇਂ ਚੱਲਣਾ। ਗੱਡੀਆਂ ਦਾ ਪ੍ਰਬੰਧ ਕਰਕੇ ਦਿਓ, ਟਰੱਕਾਂ ਦਾ ਪ੍ਰਬੰਧ ਕਰਕੇ ਦਿਓ, ਤੇਲ ਭਰਾਓ, ਜਿਹੜਾ ਵੀ ਕੋਈ ਕਰ ਸਕਦਾ ਉਹ ਕਰਕੇ 26-27 ਨੂੰ ਇਹ ਰੋਜ਼ ਦੀ ਲੜਾਈ ਨੂੰ ਖਤਮ ਕਰਕੇ ਇਹ ਇੱਕ ਦਿਨ ਆਪਾਂ ਫੈਸਲਾ 26-27 ਨੂੰ ਕਰਕੇ ਦਿਖਾਈਏ। ਤਕੜੇ ਹੋ ਜਾਓ। ਇੱਕ ਆਖਰੀ ਸਵਾਲ ਹੈ, ਸਿਆਸਤ ਨਾਲ ਜੁੜਿਆ। ਲੁਧਿਆਣੇ ਦੇ ਵਿੱਚ ਬੈਂਸ ਜਿਹੜੇ ਨੇ ਉਹਨਾਂ ਤੇ ਰੇਪ ਦੇ ਆਰੋਪ ਲੱਗੇ ਨੇ। ਮੈਂ ਵੀ ਕੱਲ ਮੀਡੀਆ ਦੇ ਰਾਹੀਂ ਮੈਨੂੰ ਵੀ ਪਤਾ ਲੱਗਿਆ ਬਈ ਇਹ ਕੋਈ ਇੱਕ ਲੇਡੀ ਨੇ, ਔਰਤ ਨੇ, ਜਿਨ੍ਹਾਂ ਨੇ ਇਲਜ਼ਾਮ ਲਾਏ ਨੇ। ਮੈਂ ਹਜੇ ਇਸ ਗੱਲ ਤੇ, ਕਿਉਂਕਿ ਨਿੱਜੀ ਤੌਰ ਤੇ ਜੇ ਮੈਂ ਕਹਾਂ ਨਾ ਮੇਰੀ ਬੈਂਸ ਸਾਹਿਬ ਨਾਲ ਗੱਲ ਹੋਈ ਹੈ ਇਸ ਤੇ, ਮੈਂ ਹਜੇ ਕੀ ਕੋਸ਼ਿਸ਼ ਕਰ ਰਿਹਾ ਸੀ ਵੀ ਇਹ ਕੀ ਹੈ ਇਹਦੇ ਪਿੱਛੇ ਗੱਲ। ਮੈਂ ਕੁਝ ਆਫੀਸਰਸ ਨਾਲ ਗੱਲ ਕੀਤੀ ਆ ਜਿਹੜੇ ਲੁਧਿਆਣੇ ਦੇ, ਤੇ ਅੱਜ 1-2 ਦਿਨ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਆ ਕੀ ਸੱਚ ਆ ਉਹ ਕੱਢ ਕੇ ਜ਼ਰੂਰ ਲੈ ਕੇ ਆਉਣਗੇ। ਦੇਖੋ ਕਈ ਵਾਰ ਐਵੇਂ ਵੀ ਕਿਸੇ ਤੇ ਨਾ, ਮੈਂ ਜੇ ਕਹਾਂ ਵੀ ਮੇਰੇ ਕੋਲ ਇਸ ਵੇਲੇ ਇੱਕ ਸਿਆਸੀ ਮੁੱਦਾ ਲੱਭ ਗਿਆ ਮੈਨੂੰ, ਮੈਂ ਬੈਂਸ ਸਾਹਿਬ ਦੇ ਉਲਟ ਗੱਲ ਕਰਾਂ, ਮੈਂ ਉਹਨਾਂ 'ਚੋਂ ਆਪਣੇ ਆਪ ਨੂੰ ਮੈਂ ਨਹੀਂ ਸਮਝਦਾ ਵੀ ਕਿਸੇ ਦਾ ਵੀ ਹਜੇ, ਕਿਉਂਕਿ ਜਿੰਨਾ ਚਿਰ ਇਨਕੁਆਇਰੀ ਜਿਹੜੀ ਆ CP ਸਾਹਿਬ ਨੇ, ਜੁਆਇੰਟ CP ਆ ਜਿਹੜੇ ਸਾਡੇ ਉੱਥੇ ਦੇ, ਉਹਨਾਂ ਨੂੰ ਇਨਕੁਆਇਰੀ ਦਿੱਤੀ ਆ ਤੇ ਉਹਨਾਂ ਨਾਲ ਗੱਲ ਕਰਕੇ ਇਹ ਸੱਚ ਕੱਢਾਂਗੇ। ਉਹਨਾਂ ਨੇ ਵੀ ਕਿਹਾ, ਇਹ ਬੈਂਸ ਸਾਹਿਬ ਦੇ ਆਪ ਦੇ ਮੈਂ ਬਿਆਨ ਸੁਣ ਰਿਹਾ ਸੀ ਵੀ ਮੈਂ ਇਸ ਗੱਲ ਨਾਲ ਪੂਰਾ ਕੋਆਪਰੇਟ ਕਰਾਂਗਾ ਇਨਕੁਆਇਰੀ ਦੇ ਵਿੱਚ, ਤੇ ਗੱਲ ਜਿਹੜੀ ਸਾਹਮਣੇ ਆਏਗੀ ਫਿਰ ਉਸ ਤਰੀਕੇ ਨਾਲ ਤੁਹਾਡੇ ਮੂਹਰੇ ਰੱਖਾਂਗੇ। ਕਿਉਂਕਿ ਇਸ ਵਾਰ ਇੱਕ ਲੇਡੀ ਆ ਜਿਹੜੀ, ਉਹਦੀ ਵੀ ਬਹੁਤ ਬੱਚੇ ਵੀ ਨੇ ਉਹਨਾਂ ਦੇ, ਉਹਦਾ ਵੀ ਬਹੁਤ ਵੱਡਾ ਇਹ 'ਚ ਇੱਜ਼ਤ ਮਾਣ ਦੀ ਗੱਲ ਆ। ਤੇ ਇੱਕ ਪਾਸੇ ਬੈਂਸ ਸਾਹਿਬ ਦਾ ਵੀ ਕਰੈਕਟਰ, ਜਾਂ ਉਹਨਾਂ ਦੇ ਵੀ ਬੱਚੇ ਆ, ਉਹਨਾਂ ਦਾ ਵੀ ਪਰਿਵਾਰ ਆ। ਬਿਨਾਂ ਸੋਚੇ ਸਮਝੇ ਤੇ ਮੈਂ ਹਜੇ ਗੱਲ ਮੈਂ ਤੁਹਾਨੂੰ ਐਵੇਂ ਹੀ ਕਹਾਂ, ਇੱਕ ਸਿਆਸੀ ਦੂਸ਼ਣਬਾਜ਼ੀ ਮੈਂ ਇਸ ਤੇ ਕਰਨੋਂ ਮੈਂ ਸਮਝਦਾ ਮੈਂ ਗਰੇਜ ਕਰੂੰਗਾ। ਬਿਲਕੁਲ, ਜਿਵੇਂ ਮੇਰਾ ਰਵਨੀਤ ਸਿੰਘ ਬਿੱਟੂ, ਕਈ ਮਾਮਲੇ ਤੇ ਇਹਨਾਂ ਨੇ ਆਪਣੀ ਰਾਏ ਰੱਖੀ ਤੇ ਕਿਸਾਨਾਂ ਦੇ ਮੁੱਦੇ ਲੈ ਕੇ ਹੋਰ ਮੁੱਦਿਆਂ ਦੇ ਵਿੱਚ ਵੀ ਇਹਨਾਂ ਨੇ ਆਪਣੀ ਗੱਲਬਾਤ ਰੱਖੀ ਹੈ। ਦਿੱਲੀ ਤੋਂ ਕਹਿਣਾ ਇਲੈਕਸ਼ਨ ਨਾਲ ਨਿਤਿਨ ਦੀਵਾਨ, दैनिक सवेरा TV। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।